ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਪਿਆਰਿਓ, ਜੋ ਆਪਾਂ ਰਲ ਮਿਲ ਕੇ ਭਗਤ ਕਬੀਰ ਜੀ ਦੀ ਜੀਵਨ ਸਾਖੀ ਵਿੱਚੋਂ ਵਿਚਾਰਾਂ ਦੀ ਸਾਂਝ ਪਾਈਏ ਕਿ ਭਗਤ ਕਬੀਰ ਜੀ ਦੇ ਸਤ ਸੰਗ ਵਿੱਚੋਂ ਕੁਝ ਜਗਿਆਸੂਆਂ ਨੇ ਪੁੱਛਿਆ ਕਿ ਮਹਾਂਪੁਰਖੋ, ਇਹ ਦੱਸੋ ਕਿ ਮਨੁੱਖ ਦਾ ਇਸ ਜਗਤ ਨਾਲ, ਇਸ ਸੰਸਾਰ ਨਾਲ ਕੀ ਸੰਬੰਧ ਹੈ। ਮਨੁੱਖ ਨੂੰ, ਜੀਵ ਨੂੰ ਕਲਯੁਗ ਵਿੱਚ ਕੀ ਕਰਨਾ ਚਾਹੀਦਾ ਹੈ ਕਿ ਉਸ ਦਾ ਜੀਵਨ ਸਫਲ ਹੋ ਜਾਵੇ ਔਰ ਜਮਾਂ ਦੇ ਡੰਡ ਤੋਂ ਬਚ ਜਾਵੇ। ਸੋ ਆਓ ਰਲ ਮਿਲ ਕੇ ਵਿਚਾਰ ਕਰੀਏ। ਸਤਿਗੁਰੂ ਸਮੱਤ ਬਖਸ਼ਣ। ਜਿਵੇਂ ਪਿਆਸਾ ਮਨੁੱਖ ਜਲ ਵਾਲੀ ਥਾਂ ਵੱਲ ਸ਼ਰਧਾ ਨਾਲ ਦੇਖਦਾ ਹੈ, ਤਿਵੇਂ ਜਗਿਆਸੂ ਸੁਖ ਜੀਵਨ ਕਿਰਨ ਹਾਸਲ ਕਰਨ ਵਾਸਤੇ ਚਾਤਰਕ ਦੀ ਤਰ੍ਹਾਂ ਉਧਰ ਨੂੰ ਦੌੜਦਾ ਹੈ, ਜਿੱਧਰ ਕਿਸੇ ਰੱਬ ਦੇ ਪਿਆਰੇ, ਰੱਬ ਦੇ ਭਗਤ ਦਾ ਡੇਰਾ ਹੁੰਦਾ ਹੈ, ਤਾਂ ਕਿ ਉਸ ਨੂੰ ਸੁਖ ਪ੍ਰਾਪਤ ਹੋ ਜਾਵੇ। ਜੋ ਭਗਤ ਕਬੀਰ ਜੀ ਹੁਣ ਆਤਮਿਕ ਗਿਆਨ ਦਾ ਛਿਛ ਹੀ ਨਾ ਰਿਹਾ, ਸਗੋਂ ਹੋਰ ਪੰਡਤਾਂ ਦੀ ਤਰ੍ਹਾਂ ਕਾਂਛੀ ਵਿੱਚ ਬ੍ਰਹਮ ਗਿਆਨੀ ਬਣ ਗਿਆ। ਕਈ ਸ਼ਰਧਾਲੂ ਇਸ ਦੇ ਚੇਲੇ ਬਣ ਗਏ। ਹਰ ਰੋਜ਼ ਕਬੀਰ ਜੀ ਕੋਲ ਸਾਧੂ ਸੰਤਾਂ ਦੀ ਭੀੜ ਲੱਗੀ ਰਹਿੰਦੀ, ਗਿਆਨ ਚਰਚਾ ਹੁੰਦੀ ਰਹਿੰਦੀ ਸੀ। ਕਈਆਂ ਦੇ ਸਵਾਲ ਖੋਲ੍ਹ ਕੇ ਦੱਸਦੇ ਸਨ। ਜਿਸ ਦੀ ਕਿਸੇ ਜਗਿਆਸੂ ਨੂੰ ਕਬੀਰ ਜੀ ਗਿਆਨ ਕਿਰਨ ਬਖਸ਼ਦੇ ਸਨ, ਉਸ ਨੂੰ ਬਾਣੀ ਰਾਹੀਂ ਉਹ ਬਖਸ਼ਦੇ ਸਨ। ਉਸ ਦੇ ਸਵਾਲਾਂ ਦਾ ਜਵਾਬ ਗੁਰਬਾਣੀ ਰਾਹੀਂ ਦਿੰਦੇ ਸਨ। ਇਸੇ ਕਰਕੇ ਕਬੀਰ ਜੀ ਦੀ ਬਹੁਤ ਸਾਰੀ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਜੋ ਜੀਵਨ ਉਲਝਣਾਂ ਤੇ ਅਟਕਾਂ ਨੂੰ ਦੂਰ ਕਰਨ ਦਾ ਢੰਗ ਦੱਸਦੀ ਹੈ। ਕਬੀਰ ਜੀ ਦੀ ਬਾਣੀ ਹਨੇਰੇ ਵਿੱਚ ਚਾਨਣ ਕਰਦੀ ਹੈ, ਜੀਵਨ ਦੇ ਵਿੱਚ ਰੋਸ਼ਨੀ ਕਰਦੀ ਹੈ, ਜੀਵਨ ਦੀ ਰੋਸ਼ਨੀ ਬਖਸ਼ਦੀ ਹੈ, ਮੁਰਦਾ ਰੂਹਾਂ ਨੂੰ ਅਮਾਹੂ ਤੇ ਬਲ ਬਖਸ਼ਦੀ ਹੈ। ਇੱਕ ਦਿਨ ਕੁਝ ਜਗਿਆਸੂ ਆਏ। ਉਹਨਾਂ ਦੇ ਹਿਰਦੇ ਵਿੱਚ ਜੋ ਸੰਸ਼ੇ ਦੀਆਂ ਗੰਢਾਂ ਸਨ, ਉਹਨਾਂ ਨੇ ਕਬੀਰ ਜੀ ਅੱਗੇ ਸਵਾਲ ਕੀਤਾ ਕਿ ਹੇ ਭਗਤ ਜੀ, ਇਹ ਦੱਸੋ ਕਿ ਮਨੁੱਖ ਦਾ ਇਸ ਜਗਤ ਨਾਲ ਕੀ ਸੰਬੰਧ ਹੈ। ਜੀਵ ਨੂੰ ਕਲਯੁਗ ਵਿੱਚ ਕੀ ਕਰਨਾ ਚਾਹੀਦਾ ਹੈ ਕਿ ਜੀਵ ਜਮਾਂ ਦੇ ਡੰਡ ਤੋਂ ਕਿਵੇਂ ਬਚ ਜਾਵੇ। ਇਹ ਕਿਰਪਾ ਕਰਕੇ ਸਾਨੂੰ ਮਾਰਗ ਦੱਸੋ ਜੀ। ਅਸੀਂ ਲੋਕ ਤਾਂ ਕੁਝ ਨਹੀਂ ਜਾਣਦੇ, ਸਾਨੂੰ ਕੁਝ ਨਹੀਂ ਸੁਝਦਾ। ਤਾਂ ਭਗਤ ਕਬੀਰ ਜੀ ਉਹਨਾਂ ਨੂੰ ਉੱਤਰ ਦਿੰਦੇ ਹਨ, ਜੋ ਬਿਲਾਵਲ ਰਾਗ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਦਰਜ ਹਨ, ਸੁਭਾਏਮਾਨ ਹਨ। ਭਗਤ ਜੀ ਕਹਿੰਦੇ ਹਨ, ਐਸੋ ਇਹੋ ਸੰਸਾਰ ਪੇਖਣਾ, ਰਹਿਣ ਨਾ ਕੋ ਪਈ ਹੈ ਰੇ। ਸੂਧੇ ਸੂਧੇ ਰੇਗ ਚਲੋ, ਤੁਮ ਨਤਰ ਕੋ ਧੱਕਾ ਦਵਈ ਹੈ ਰੇ। ਰਹਾਓ। ਸੋ ਇਸ ਦਾ ਪਰਮਾਰਥ ਇਸ ਤਰ੍ਹਾਂ ਕਰਕੇ ਦੱਸਦੇ ਹਨ। ਇਸ ਦਾ ਭਾਵ ਹੈ ਕਿ ਹੇ ਭਾਈ ਰਾਮ ਜਨੋ, ਹੇ ਰਾਮ ਪਿਆਰਿਓ, ਜੋ ਇਹ ਸੰਸਾਰ ਦੇਖਦੇ ਹੋ, ਇਸ ਵਿੱਚ ਜਿੰਨੇ ਜੀਵ, ਪਸ਼ੂ, ਪੰਛੀ, ਮਨੁੱਖ ਜੋ ਦਿਸਦੇ ਹਨ, ਉਹ ਸਦਾ ਨਹੀਂ ਰਹਿਣ ਵਾਲੇ, ਆਉਂਦੇ ਤੇ ਜਾਂਦੇ ਰਹਿੰਦੇ ਹਨ, ਭਾਵ ਕਿ ਜੰਮਦੇ ਤੇ ਮਰਦੇ ਰਹਿੰਦੇ ਹਨ। ਕੀ ਰਾਜਾ, ਕੀ ਕੰਗਲਾ, ਮੌਤ ਦਾ ਭਾਰੀ ਹੱਥ ਸਾਰਿਆਂ ਦੇ ਦਿਲਾਂ ਦੀ ਧੜਕਣ ਨੂੰ ਬੰਦ ਕਰ ਦਿੰਦਾ ਹੈ। ਇਸ ਸੰਸਾਰ ਵਿੱਚ ਜੀਵ ਨੂੰ ਸਿੱਧੇ ਰਾਹ ਚੱਲਣਾ ਚਾਹੀਦਾ ਹੈ। ਸੂਧੇ ਸੂਧੇ ਰੇਗ ਚਲੋ, ਸਿੱਧੇ ਰਾਹ ਤੇ ਚੱਲਣਾ ਚਾਹੀਦਾ ਹੈ ਤਾਂ ਕਿ ਜੰਮ ਦਾ ਧੱਕਾ ਨਾ ਲੱਗੇ। ਸਿੱਧੇ ਰਾਹ ਤੋਂ ਭਾਵ ਹੈ ਕਿ ਜੀਵਨ ਨੂੰ ਚੰਗਾ ਬਣਾਉਣ ਵਾਸਤੇ ਚੰਗੇ ਕਰਮ ਕਰਨੇ, ਗੁਰੂਆਂ ਦੀ
ਮਹਾਂਪੁਰਖਾਂ ਦੇ ਜੋ ਉਪਦੇਸ਼ ਹਨ ਉਹਨਾਂ ਦੀ ਸਿੱਖਿਆ ਲੈਣੀ, ਉਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਆਪਣੇ ਜੀਵਨ ਵਿੱਚ ਲਾਗੂ ਕਰਨਾ, ਉਹਨਾਂ ਉਪਦੇਸ਼ਾਂ ਉੱਤੇ ਅਮਲ ਕਰਨਾ। ਗਿਆਨ ਸੁਣਨਾ ਜਾਂ ਚੇਤੇ ਕਰਨ ਨਾਲ ਜੀਵ ਆਤਮਾ ਮੁਕਤ ਨਹੀਂ ਹੁੰਦੀ। ਗਿਆਨ ਨੂੰ ਅਮਲ ਵਿੱਚ ਲਿਆਉਣਾ ਹੀ ਜ਼ਰੂਰੀ ਹੈ। ਭਾਵ ਕਿ ਸਤਿਗੁਰਾਂ ਦੇ ਬਚਨ ਨੂੰ ਲਾਗੂ ਕਰਨਾ ਜੀਵਨ ਦੇ ਵਿੱਚ, ਉਹਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੀ ਮੁਕਤੀ ਦਾ ਮਾਰਗ ਹੈ। ਅੱਗੇ ਦੱਸਦੇ ਹਨ, ਬਾਰੇ ਬੂਢੇ ਤਰਨੇ ਭਈਆ ਸਭ ਹੂ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ। ਹੇ ਪਿਆਰਿਓ, ਬਾਲਕ, ਬੱਚੇ, ਬੁੱਢੇ, ਜਵਾਨ ਸਾਰਿਆਂ ਨੂੰ ਹੀ ਜਮ ਨੇ ਲੈ ਜਾਣਾ ਹੈ। ਮਨੁੱਖ ਇੱਕ ਚੂਹੇ ਦੀ ਨਿਆਈ ਹੈ। ਮਾਨਸ ਬਪਰਾ ਮੂਸਾ ਕੀਨੋ, ਮਨੁੱਖ ਤਾਂ ਚੂਹੇ ਦੀ ਤਰ੍ਹਾਂ ਹੈ ਅਤੇ ਹੋਣੀ ਬਿੱਲੀ ਦੀ ਨਿਆਈ ਹੈ, ਭਾਵ ਕਿ ਬਿੱਲੀ ਦੀ ਤਰ੍ਹਾਂ ਹੈ। ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਕਿ ਮੌਤ ਕਾਲ ਜੋ ਬਿੱਲੀ ਦੀ ਤਰ੍ਹਾਂ ਹੈ, ਚੂਹੇ ਮਨੁੱਖ ਨੂੰ ਹੋਣੀ ਰੂਪੀ ਬਿੱਲੀ ਖਾਈ ਜਾਂਦੀ ਹੈ। ਪਰਮਾਤਮਾ ਨੇ ਇਹ ਬਿੱਲੀ ਇਸ ਵਾਸਤੇ ਛੱਡੀ ਹੈ ਕਿ ਸੰਸਾਰ ਦੇ ਵਿੱਚ ਜ਼ਿਆਦਾ ਇਕੱਠ ਨਾ ਹੋ ਜਾਵੇ। ਪਿੱਪਲ ਦੇ ਪੱਤਿਆਂ ਵਾਂਗ ਪੁਰਾਣੇ ਪੱਤੇ ਸੁੱਕ ਕੇ ਝੜ ਜਾਂਦੇ ਹਨ, ਉਹਨਾਂ ਦੀ ਥਾਂ ਤੇ ਨਵੇਂ ਫੁੱਟ ਪੈਂਦੇ ਹਨ। ਤਾਂ ਹੀ ਤਾਂ ਕਿਹਾ ਜਾਂਦਾ ਹੈ, ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਅੱਗੇ ਭਗਤ ਜੀ ਦੱਸਦੇ ਹਨ, ਧਨਵੰਤਾ ਔਰ ਨਿਰਧਨ ਮਨਈ ਤਾਂ ਕਿ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੈ ਐਸੋ ਕਾਲ ਬਡਾਨੀ ਰੇ। ਉਹ ਪ੍ਰਮਾਤਮਾ ਇਸ ਗੱਲੋਂ ਬਹੁਤ ਚੰਗਾ ਹੈ, ਉਹ ਕਿਸੇ ਨਾਲ ਲਿਹਾਜ਼ ਨਹੀਂ ਕਰਦਾ। ਅਮੀਰ ਤੇ ਗਰੀਬ ਨੂੰ ਇੱਕ ਪੱਖ ਨਾਲ ਦੇਖਦਾ ਹੈ, ਇੱਕ ਸਾਰ ਦੇਖਦਾ ਹੈ। ਉਹ ਉਸ ਨੂੰ ਕਿਸੇ ਦੀ ਮਸ਼ੰਦਗੀ ਨਹੀਂ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਉਹ ਰਾਜੇ ਤੇ ਪਰਜਾ ਦੇ ਮਨੁੱਖਾਂ ਨੂੰ ਇੱਕ ਸਮਾਨ ਦੇਖਦਾ ਹੈ, ਇੱਕ ਸਮਾਨ ਹੀ ਉਹਨਾਂ ਨੂੰ ਮੌਤ ਆਉਂਦੀ ਹੈ। ਇਹ ਕਾਲ ਮੌਤ ਦੀ ਵਡਿਆਈ ਹੈ। ਭਾਵ ਕਿ ਭੂਮੀਏ ਚੋਰ, ਰਾਜੇ, ਸੈਨਿਕ, ਧਨਾੜ, ਕੰਗਾਲ, ਅਨਪੜ੍ਹ ਤੇ ਪੜ੍ਹੇ ਲਿਖੇ ਸਭ ਨੇ ਜ਼ਰੂਰ ਇੱਕ ਦਿਨ ਮਰਨਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀਐ। ਕਿ ਭਾਈ ਸਾਰਿਆਂ ਨੇ ਹੀ ਇੱਕ ਦਿਨ ਜਾਣਾ ਹੈ। ਜੋ ਦਿਸਦਾ ਹੈ ਉਹ ਬਿਨਸਨਹਾਰ ਹੈ। ਸੋ ਹੇ ਜਗਿਆਸੂਓ, ਮੌਤ ਨੂੰ ਅਟਲ ਸਮਝੋ, ਇਹ ਇੱਕ ਦਿਨ ਜ਼ਰੂਰ ਆਉਣੀ ਹੀ ਹੈ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵਹਿ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਹੇ ਭਾਈ, ਭਗਤ ਕਬੀਰ ਜੀ ਬੋਲੇ ਕਿ ਹੇ ਭਾਈ, ਪਰ ਆਮ ਲੋਕਾਂ ਨਾਲੋਂ ਹਰੀ ਦੇ ਪਿਆਰਿਆਂ ਦੇ, ਸੰਤਾਂ ਮਹਾਂਪੁਰਖਾਂ ਦੇ, ਹਰੀ ਭਗਤਾਂ ਦੀ ਮੌਤ ਦਾ ਜੋ ਫਰਕ ਹੈ, ਆਮ ਇਨਸਾਨ ਤੇ ਮਹਾਂਪੁਰਖਾਂ ਦੇ ਮਰਨ ਵਿੱਚ ਫਰਕ ਹੁੰਦਾ ਹੈ। ਦੁਨੀਆ ਦੀ ਨਿਗਾਹ ਵਿੱਚ ਸੰਤ ਤੇ ਭਗਤ ਵੀ ਮਰਦੇ ਹਨ। ਸੰਸਾਰੀ ਚੋਲਾ ਉਹਨਾਂ ਨੂੰ ਬਦਲਣਾ ਪੈਂਦਾ ਹੈ। ਇਹ ਪੰਜ ਭੂਤਕ ਸਰੀਰ ਉਹਨਾਂ ਨੂੰ ਵੀ ਛੱਡਣਾ ਪੈਂਦਾ ਹੈ, ਮੌਤ ਉਹਨਾਂ ਤੇ ਵੀ ਆਉਂਦੀ ਹੈ। ਦੁਨੀਆ ਸੰਤਾਂ ਭਗਤਾਂ ਦੀਆਂ ਪੰਜ ਭੂਤਕ ਦੇਹਾਂ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵਿੱਚ ਲਿਜਾ ਕੇ ਅਗਨ ਭੇਟ ਕਰਦੇ ਹਨ। ਪਰ ਹਰ ਕੇ ਸੰਤ ਮਰਦੇ ਨਹੀਂ ਹਨ, ਇਹ ਅਮਰ ਹੋ ਜਾਂਦੇ ਹਨ। ਪੰਜ ਤੱਤ ਦੇ ਸਰੀਰ ਨੂੰ ਜ਼ਰੂਰ ਬਦਲ ਦਿੰਦੇ ਹਨ। ਆਵਾਗਾਉਣ ਦੇ ਝੰਜਟ ਤੋਂ ਛੁਟਕਾਰਾ ਪਾ ਲੈਂਦੇ ਹਨ, ਕਿਉਂਕਿ ਪਾਰ ਬ੍ਰਹਮ ਦੀ ਸ਼ਰਨ ਲੱਗੇ ਹੋਏ ਹਨ। ਜੋ ਰਾਮ ਭਗਤ ਹਨ, ਉਹਨਾਂ ਨੂੰ ਮੌਤ ਕੋਲੋਂ ਭੈ ਨਹੀਂ ਆਉਂਦਾ, ਉਹਨਾਂ ਨੂੰ ਡਰ ਨਹੀਂ ਲੱਗਦਾ। ਉਹ ਤਾਂ ਸਗੋਂ ਮੌਤ ਨੂੰ ਆਵਾਜ਼ਾਂ ਮਾਰਦੇ ਹਨ, ਮੌਤ ਨੂੰ ਸੱਦਦੇ ਹਨ, ਕਿਉਂਕਿ
ਮਰਨ ਤੋਂ ਬਿਨਾ, ਦੇਹ ਛੱਡਣ ਤੋਂ ਬਿਨਾ ਜੀਵ ਨੇ ਪਰਮਾਤਮਾ ਨੂੰ ਨਹੀਂ ਮਿਲਣਾ। ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਇੱਕ ਬਚਨ ਆਉਂਦਾ ਹੈ। ਭਗਤ ਕਬੀਰ ਜੀ ਕਹਿੰਦੇ ਹਨ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸੋ ਹੇ ਪਿਆਰਿਓ, ਰਾਮ ਨਾਮ ਦਾ ਸਿਮਰਨ ਕਰੋ, ਫਿਰ ਮੌਤ ਤੋਂ ਡਰ ਨਹੀਂ ਲੱਗਦਾ, ਫਿਰ ਉਸ ਦਾ ਕੋਈ ਭੈ ਨਹੀਂ ਰਹੇਗਾ। ਤੁਸੀਂ ਤਾਂ ਮੌਤ ਨੂੰ ਆਪ ਸੱਦੋਗੇ ਕਿ ਛੇਤੀ ਸਾਨੂੰ ਇਸ ਸਰੀਰ ਤੋਂ ਛੁਟਕਾਰਾ ਦੇਵੋ, ਅਸੀਂ ਆਪਣੇ ਪਿਆਰੇ ਪ੍ਰਭੂ ਪਰਮਾਤਮਾ ਪਤੀ ਨੂੰ ਜਾ ਕੇ ਮਿਲ ਗਏ। ਪਰ ਮੌਤ ਤੁਸਾਂ ਦੇ ਨੇੜੇ ਨਹੀਂ ਆਵੇਗੀ, ਕਿਉਂਕਿ ਕੁਦਰਤ ਦਾ ਨਿਯਮ ਹੈ, ਨਿਯਮ ਦੇ ਅਨੁਸਾਰ ਹੀ ਆਉਣਾ ਹੈ। ਪੁੱਤਰ ਕਲੱਤਰ ਲక్ష్ਮੀ ਮਾਇਆ, ਇਹ ਤਜੋ ਜੀ ਜਾਨੀ ਰੇ, ਕਹਿਤ ਕਬੀਰ ਸੁਨੋ ਰੇ ਸੰਤ ਹੋ, ਮਿਲ ਹੈ ਸਾਰਗ ਪਾਣੀ ਰੇ। ਹੇ ਪਿਆਰਿਓ, ਧੀਆਂ ਪੁੱਤਰ ਇਸਤਰੀ ਮਾਇਆ ਸਭ ਨੂੰ ਜੀਵ ਨੇ ਛੱਡ ਕੇ ਚਲੇ ਜਾਣਾ ਹੈ। ਜੇ ਜਿਉਂਦੇ ਜੀ ਹੀ ਇਹਨਾਂ ਵੱਲੋਂ ਮੋਹ ਘਟਾ ਕੇ ਪ੍ਰਭੂ ਭਗਤੀ ਨਾਲ ਬਿਰਤੀ ਜੋੜ ਲਈ ਜਾਵੇ, ਤਾਂ ਭਗਤ ਜੀ ਦਾ ਇਹ ਕਥਨ ਸੱਚ ਜਾਣੋ ਕਿ ਹਰੀ ਪ੍ਰਮਾਤਮਾ ਨਾਲ ਇਹ ਜੀਵ ਇੱਕ ਮਿਕ ਹੋ ਜਾਵੇਗਾ, ਭਾਵ ਕਿ ਮੁਕਤ ਹੋ ਜਾਵੋਗੇ। ਹਰ ਸਵਾਸ ਨਾਲ ਉਸ ਪ੍ਰਭੂ ਦਾ, ਅਕਾਲ ਪੁਰਖ ਦਾ, ਉਸ ਰਾਮ ਦਾ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਸਵਾਸ ਸਵਾਸ ਉਸ ਨੂੰ ਯਾਦ ਰੱਖੋ, ਉਹਦੇ ਭੈ ਵਿੱਚ ਰਹੋ, ਉਸ ਨੂੰ ਹਮੇਸ਼ਾ ਯਾਦ ਰੱਖੋ। ਇਸ ਕਰਕੇ ਸੰਸਾਰੀ ਫਰਜ਼ ਨਿਭਾਉਂਦੇ ਹੋਏ ਆਪਣੇ ਮਾਲਕ ਨਾਲ, ਪਤੀ ਪ੍ਰਮਾਤਮਾ ਨਾਲ ਮੋਹ ਪਾਓ। ਸੰਸਾਰੀ ਮੋਹ ਨੂੰ ਹੌਲੀ ਹੌਲੀ ਘਟਾਉਣ ਦੀ ਕੋਸ਼ਿਸ਼ ਕਰੋ, ਪਰਮਾਤਮਾ ਨਾਲ ਮਨ ਜੋੜੋ। ਇੱਕ ਦਿਨ ਪਰਮਾਤਮਾ ਤੁਹਾਡੇ ਤੇ ਸਹਾਈ ਹੋਵੇਗਾ, ਤੁਹਾਨੂੰ ਆਪਣੇ ਵਿੱਚ ਮੇਲ ਲਵੇਗਾ। ਭਗਤ ਕਬੀਰ ਜੀ ਨੇ ਹੋਰ ਵੀ ਫਰਮਾਇਆ ਹੈ ਕਿ ਕਾਸੀ ਤੇ ਧੁਨ ਉਪਜੈ, ਧੁਨ ਕਾਸੀ ਜਾਈ, ਕਾਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ। ਦੇਖੋ ਹੇ ਪਿਆਰਿਓ, ਘੜਿਆਲ ਚੋਂ ਆਵਾਜ਼ ਆਉਂਦੀ ਹੈ ਤੇ ਉਸ ਦੇ ਵਿੱਚ ਹੀ ਅਲੋਪ ਹੋ ਜਾਂਦੀ ਹੈ। ਜਦੋਂ ਕਾਸ਼ੀ ਘੜਿਆਲ ਟੁੱਟ ਜਾਂਦਾ ਹੈ ਤਾਂ ਆਵਾਜ਼ ਉਸ ਦੇ ਨਾਲ ਹੀ ਮੁੱਕ ਜਾਂਦੀ ਹੈ। ਇਸੇ ਤਰ੍ਹਾਂ ਹੀ ਜਗਤ ਥਿਰ ਵੀ ਨਹੀਂ ਹੈ ਪਰ ਹੈ ਵੀ। ਜੋ ਪਹਿਲਾਂ ਜਗਿਆਸੂਆਂ ਨੇ ਪੁੱਛਿਆ ਸੀ ਕਿ ਇਸ ਮਨੁੱਖ ਦਾ ਜਗਤ ਨਾਲ, ਇਸ ਸੰਸਾਰ ਨਾਲ ਕੀ ਸੰਬੰਧ ਹੈ, ਤਾਂ ਭਗਤ ਜੀ ਕਹਿੰਦੇ ਹਨ ਕਿ ਇਹ ਇੱਕ ਘੜਿਆਲ ਦੀ ਤਰ੍ਹਾਂ ਹੈ। ਘੜਿਆਲ ਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਤੇ ਘੜਿਆਲ ਦੇ ਵਿੱਚ ਹੀ ਸਮਾਪਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਗਤ ਥਿਰ ਵੀ ਹੈ, ਰਹਿਣ ਵਾਲਾ ਵੀ ਹੈ ਪਰ ਨਹੀਂ ਵੀ ਹੈ। ਹਰ ਵਸਤੂ ਬਣਦੀ ਹੈ ਅੰਡਜ, ਜੇਰਜ, ਸੇਤਜ ਤੇ ਉਤਪੁਜ ਤੋਂ, ਜੋ ਜੀਵਾਂ ਦੇ ਤੱਤਾਂ ਤੋਂ ਉਤਪੰਨ ਹੋਣ ਦੇ ਵਸੀਲੇ ਹਨ। ਉਹਨਾਂ ਦਾ ਇੱਕ ਜਰੀਆ ਹੈ, ਜੀਵ ਨੂੰ ਪੈਦਾ ਕਰਨ ਦਾ ਇੱਕ ਰਸਤਾ ਹੈ। ਉਹ ਪਰਮੇਸ਼ਵਰ ਦੀ ਵਿਧੀ ਹੈ, ਉਸ ਦਾ ਸਿਧਾਂਤ ਹੈ। ਉਹ ਜਾਰੀ ਹੀ ਰਹਿੰਦੇ ਹਨ, ਉਹ ਜੰਮਦੇ ਰਹਿੰਦੇ ਹਨ, ਜੀਵ ਪੈਦਾ ਹੁੰਦੇ ਰਹਿੰਦੇ ਹਨ। ਜੀਵ ਜਨਮ ਲੈਂਦੇ ਤੇ ਅੰਤ ਖਤਮ ਹੋ ਕੇ ਤੱਤਾਂ ਦੇ ਰੂਪ ਵਿੱਚ ਕਾਇਮ ਰਹਿੰਦੇ ਹਨ। ਸੋ ਹੇ ਭਗਤ ਪਿਆਰਿਓ, ਹੇ ਭਗਤ ਜਨੋ, ਤੱਤਾਂ ਨੂੰ ਕਦੀ ਅਮਰ ਨਹੀਂ ਮੰਨਣਾ ਚਾਹੀਦਾ। ਅਮਰਤਾ ਆਤਮਾ ਹੈ, ਕਿਉਂਕਿ ਉਹ ਪਰਮਾਤਮਾ ਦੀ ਅੰਸ਼ ਹੈ। ਮਾਇਆ ਦਾ ਪਸਾਰਾ ਹੋਣ ਕਰਕੇ ਦਿਸਦੀ ਨਹੀਂ। ਜੇਕਰ ਇਸ ਮਾਇਆ ਨੂੰ, ਇਸ ਸੰਸਾਰ ਨੂੰ, ਮਾਇਆ ਮੋਹ ਨੂੰ ਮਿੱਥਿਆ ਸਮਝ ਕੇ ਮਾਇਆ ਦਾ ਤਿਆਗ ਕਰੋ, ਇਸ ਦਾ ਆਪਣੇ ਉੱਪਰ ਪ੍ਰਭਾਵ ਨਾ ਪੈਣ ਦਿਓ, ਭਾਵ ਕਿ ਇਸ ਦਾ ਜ਼ੋਰ, ਇਸ ਦੇ ਵਿੱਚ ਬਾਹਰਾ ਮਨ ਨਾ ਲਾਓ, ਭਾਵ ਨਾ ਸਮਝੋ, ਤਾਂ ਕੁਦਰਤੀ ਹੈ ਕਿ ਮਨ ਵਿਸਮਾਦੀ ਵਿੱਚ ਪੁੱਜ ਜਾਵੇਗਾ, ਉਸ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਵੇਗਾ। ਮਨ ਸਦਾ ਆਨੰਦ ਵਿੱਚ ਰਹੇਗਾ। ਮਨ ਵਿੱਚ ਹੀ ਸਾਰੇ ਕਾਰਜ ਸੌਰਦੇ ਹਨ। ਸੇਵਾ ਹੀ ਜੀਵਨ ਦਾ ਨਿਸ਼ਾਨਾ ਬਣ ਜਾਂਦਾ ਹੈ।
ਜਗਤ ਵਿੱਚ ਨਾ ਕੁਝ ਆਉਂਦਾ ਦਿਸਣਾ ਹੈ ਤੇ ਨਾ ਜਾਂਦਾ ਦਿਸਣਾ ਹੈ। ਤਾਂ ਹੀ ਤਾਂ ਭਗਤ ਜੀ ਦੱਸਦੇ ਹਨ, ਆਵਤ ਕਛੂ ਨਾ ਦੀਸਈ ਨਾ ਦੀਸੈ ਜਾਤ, ਜਹੈ ਉਪਜੈ ਬਿਨ ਸਹਿਤਹੀ ਜੈਸੇ ਪੁਰਵਨ ਪਾਤ। ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ, ਕਹਿ ਕਬੀਰ ਸੇਵਾ ਕਰੋ ਮਨ ਮੰਝ ਮੁਰਾਰ। ਸੋ ਪਿਆਰਿਓ, ਇਹ ਸੀ ਜੋ ਆਪਾਂ ਭਗਤ ਕਬੀਰ ਜੀ ਦੀ ਜੀਵਨ ਸਾਖੀ ਵਿੱਚੋਂ ਕੁਝ ਵਿਚਾਰਾਂ ਕੀਤੀਆਂ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣ, ਜੋ ਹੋਰ ਨਹੀਂ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰੂ ਸਮਰੱਥ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।